ਸਤਿ ਸ੍ਰੀ ਅਕਾਲ। ਮੈਂ ਮਿਸਿਜ਼ ਬਲਵੀਰ ਕੌਰ ਬਿਰਜ ਲਾਲ ਜਿੰਦਲ DAV ਪਬਲਿਕ ਸਕੂਲ ਜਾਖਲ ਮੰਡੀ ਤੋਂ ਜਮਾਤ 10ਵੀਂ ਪਾਠ ਪੁਸਤਕ ਸਾਹਿਤਕ ਕਿਰਨਾਂ ਭਾਗ ਦੂਸਰਾ ਵਾਰਤਕ ਦਾ ਪਾਠ ਚੌਥਾ ਕਲਾਤਮਿਕ ਰੁਚੀਆਂ ਪ੍ਰਕਿਰਤੀ ਅਤੇ ਪਹਿਚਾਣ। ਆਪੇ ਦੀ ਪਹਿਚਾਣ ਲਈ ਹੱਲਾਸ਼ੇਰੀ। ਮਨੁੱਖ ਨੂੰ ਇਸ ਵਿੱਚ ਲੇਖਕ ਮਨੁੱਖ ਨੂੰ ਸਮਝਾ ਰਿਹਾ ਕਿ ਤੇਰੀ ਹਸਤੀ ਬਹੁਤ ਉੱਚੀ ਹੈ ਤੇ ਤੂੰ ਐਵੇਂ ਕਿਉਂ ਉਦਾਸ ਹੋ ਰਿਹਾ ਹੈ। ਤੂੰ ਕਮਲ ਦੇ ਫੁੱਲ ਵੱਲ ਵੇਖ, ਉਹ ਚਿੱਕੜ ਦਾ ਸੀਨਾ ਚੀਰ ਕੇ ਟਹਿਕਦਾ ਹੈ। ਤੂੰ ਵੀ ਦੁਨੀਆ ਵਿੱਚ ਕਮਲ ਦੇ ਫੁੱਲ ਵਾਂਗ ਹੈ। ਮਨੁੱਖੀ ਊਰਜਾ ਵਰ ਜਾਂ ਸਰਾਫ। ਹਰ ਵਿਅਕਤੀ ਦੇ ਮਨ ਅੰਦਰ ਊਰਜਾ ਸ਼ਕਤੀ ਦੇ ਵੱਡੇ ਵੱਡੇ ਭੰਡਾਰ ਭਰੇ ਪਏ ਹੁੰਦੇ ਹਨ। ਕਈ ਵਿਅਕਤੀਆਂ ਲਈ ਉਸਦੀ ਊਰਜਾ ਇੱਕ ਵਰਦਾਨ ਬਣ ਜਾਂਦੀ ਹੈ ਤੇ ਕਈਆਂ ਲਈ ਸਰਾਫ ਵੀ। ਲੇਖਕ ਨੇ ਵਿਅਕਤੀ ਦੀ ਊਰਜਾ ਨੂੰ ਪਾਣੀ ਨਾਲ ਤੁਲਨਾ ਕੀਤੀ ਹੈ ਕਿ ਜਿਵੇਂ ਜੇਕਰ ਬੰਨ ਬਣਾ ਕੇ ਪਾਣੀ ਇਕੱਠਾ ਕਰ ਲਿਆ ਜਾਵੇ ਤਾਂ ਉਸ ਇਕੱਠੇ ਕੀਤੇ ਪਾਣੀ ਤੋਂ ਬਿਜਲੀ ਪ੍ਰਾਪਤ ਕਰਕੇ ਲਾਭ ਲਿਆ ਜਾ ਸਕਦਾ ਹੈ, ਪਰ ਜੇਕਰ ਉਸ ਪਾਣੀ ਨੂੰ ਖੁੱਲ੍ਹਾ ਹੀ ਰਹਿਣ ਦਿੱਤਾ ਜਾਵੇ ਤਾਂ ਉਹ ਉਜਾੜਾ ਵੀ ਕਰ ਸਕਦਾ ਹੈ। ਠੀਕ ਇਸੇ ਤਰ੍ਹਾਂ ਮਨੁੱਖ ਅੰਦਰਲੀ ਊਰਜਾ ਵਿੱਚੋਂ ਕਲਾਤਮਿਕ ਰੁਚੀਆਂ ਦਾ ਪ੍ਰਗਟ ਹੋਣਾ ਉਸੇ ਤਰ੍ਹਾਂ ਹੀ ਹੈ ਜਿਵੇਂ ਡੈਮ ਦੀ ਉਸਾਰੀ ਹੋਵੇ। ਕਲਾ ਸਦੀਵੀ ਉਤਸ਼ਾਹ ਦਾ ਸੋਮਾ। ਕਲਾ ਵਿੱਚ ਇੱਕ ਅਜਿਹਾ ਗੁਣ ਹੁੰਦਾ ਹੈ ਜੋ ਮਨੁੱਖ ਨੂੰ ਕੇਵਲ ਆਪਣੇ ਆਪ ਤੋਂ ਹੀ ਮੁਕਤ ਕਰਕੇ ਸਮਾਜਿਕ ਨਿੱਜ ਨਾਲ ਜੋੜਦਾ ਹੈ। ਨਿਰਸਵਾਰਥ ਭਾਵਨਾ ਨਾਲ ਕਲਾ ਦੀ ਸਾਂਝ। ਇਸੇ ਲਈ ਕਿਹਾ ਗਿਆ ਹੈ ਕਿ ਹਰ ਵਿਅਕਤੀ ਨੂੰ ਆਪਣੇ ਅੰਦਰ ਛੁਪੀ ਹੋਈ ਕਲਾਤਮਿਕਤਾ ਨੂੰ ਪ੍ਰਗਟ ਕਰਨ ਲਈ ਹਮੇਸ਼ਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਕਦੇ ਕੁਝ ਨਾ ਕੁਝ ਅਜਿਹਾ ਸਿਰਜਿਆ ਜਾਵੇ ਜੋ ਮਨ ਨੂੰ ਤੇ ਸਮਾਜ ਨੂੰ ਸਕੂਨ ਦੇਣ ਵਾਲਾ ਜਾਂ ਸੇਧ ਦੇਣ ਵਾਲਾ ਹੋਵੇ। ਕਲਾਤਮਿਕ ਰੁਚੀਆਂ ਪਛਾਣ ਦਾ ਮਸਲਾ। ਕਲਾਤਮਿਕ ਰੁਚੀਆਂ ਨੂੰ ਪਛਾਣਨ ਲਈ ਮਨੋਵਿਗਿਆਨਕ ਸੂਝ-ਬੂਝ ਦੀ ਲੋੜ ਹੁੰਦੀ ਹੈ। ਅਸਲ ਵਿੱਚ ਆਪਣੀ ਜ਼ਿੰਦਗੀ ਨਾਲ ਸੰਬੰਧਿਤ ਕਈ ਫੈਸਲੇ ਜਿਵੇਂ ਪੜ੍ਹਾਈ, ਵਿਸ਼ਾ ਚੋਣ, ਕਿੱਤਾ ਚੋਣ, ਡਿਗਰੀ ਜਾਂ ਨੌਕਰੀ ਦੀ ਆਸ ਆਦਿ ਅਸੀਂ ਸਮਾਜ ਨੂੰ ਪ੍ਰਭਾਵਿਤ ਕਰਨ ਲਈ ਹੀ ਲੈਂਦੇ ਹਾਂ। ਇਹਨਾਂ ਦੀ ਚੋਣ ਵੇਲੇ ਬੇਸ਼ੱਕ ਸਾਡੀ ਇਹਨਾਂ ਵਿੱਚ ਰੁਚੀ ਹੁੰਦੀ ਹੋਵੇ ਜਾਂ ਨਾ, ਪਰ ਅਸੀਂ ਇਸ ਦੀ ਕੋਈ ਪਰਵਾਹ ਨਹੀਂ ਕਰਦੇ। ਦੁਬਿਧਾ ਵਿੱਚ ਵੀ ਕਲਾ ਲਾਹੇਵੰਦ। ਸਮਾਜਿਕ ਰੁਤਬੇ ਕਾਰਨ ਆਪਣੀ ਰੁਚੀ ਤੋਂ ਵਿਰੁੱਧ ਕੀਤੀ ਹੋਈ ਚੋਣ ਕਾਰਨ ਵਿਅਕਤੀ ਹਮੇਸ਼ਾ ਡਾਵਾਡੋਲ ਜਿਹਾ ਰਹਿੰਦਾ ਹੈ। ਉਸ ਸਮੇਂ ਵੀ ਉਸਦੇ ਖਿਲਰੇ ਪੁਲਰੇ ਜੀਵਨ ਨੂੰ ਸਹੀ ਦੇਣ ਵਿੱਚ ਕਲਾ ਹੀ ਸਹਾਈ ਹੁੰਦੀ ਹੈ। ਉਹਨੂੰ ਸਹੀ ਰਸਤਾ ਦੇਣ ਵਿੱਚ ਸਾਡੀ ਕਲਾ ਜਿਹੜੀ ਉਹ ਹੀ ਸਾਡੀ ਮਦਦ ਕਰਦੀ ਹੈ। ਉਹ ਸਮਾਜ ਵਿੱਚ ਆਪਣਾ ਰੁਤਬਾ ਹਾਸਲ ਕਰ ਸਕਦਾ ਹੈ ਤੇ ਆਪਣੀ ਹੋਂਦ ਨਾਲ ਸਾਂਝ ਵੀ ਰੱਖ ਸਕਦਾ ਹੈ। ਮਨੋਵਿਗਿਆਨਕ ਵਿਧੀ ਰਾਹੀਂ ਕਲਾ ਦੀ ਚੋਣ। ਬੇਸ਼ੱਕ ਕਿਸੇ ਨੌਜਵਾਨ ਨੇ ਆਪਣੇ ਮਾਪਿਆਂ, ਅਧਿਆਪਕਾਂ ਜਾਂ ਸਮਾਜਿਕ ਨਜ਼ਰੀਏ ਤੋਂ ਕਿਤੇ ਜਾਂ ਪੜ੍ਹਾਈ ਦੀ ਚੋਣ ਕੀਤੀ ਹੋਵੇ ਜਾਂ ਤਾਂ ਵੀ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਅੰਦਰ ਛੁਪੀ ਹੋਈ ਕਲਾਕਾਰੀ ਜਾਂ ਕਲਾ ਯੋਗਤਾ ਨੂੰ ਵੀ ਪ੍ਰਗਟ ਕਰੇ। ਇਸ ਨੂੰ ਮਨੋਵਿਗਿਆਨਕ ਸਿਧਾਂਤਾਂ ਦੇ ਆਧਾਰ 'ਤੇ ਪਛਾਣਿਆ ਜਾ ਸਕਦਾ ਹੈ। ਕਲਾ ਸੰਬੰਧੀ ਬਹੁ ਬੁੱਧੀ ਸਿਧਾਂਤ। ਇੱਕ ਪ੍ਰਸਿੱਧ ਮਨੋਵਿਗਿਆਨਕ ਗਾਰਡਨਰ ਇੱਕ ਪ੍ਰੋਫੈਸਰ ਹੈ ਜਿਸ ਨੂੰ ਬਹੁ ਬੁੱਧੀ ਸਿਧਾਂਤ ਕਰਕੇ ਜਾਣਿਆ ਜਾਂਦਾ ਹੈ। ਉਹਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਮਨੁੱਖ ਅੰਦਰ ਲੁਕੀ ਬੁੱਧੀ ਯੋਗਤਾਵਾਂ ਦੀ ਪਛਾਣ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਦੱਸਿਆ ਹੈ ਭਾਸ਼ਾਗਤ ਬੁੱਧੀ। ਭਾਸ਼ਾਗਤ ਬੁੱਧੀ ਜਿਸ ਨੂੰ ਸੰਬੰਧਿਤ ਭਾਸ਼ਾ ਨਾਲ ਹੁੰਦਾ ਹੈ। ਜੇਕਰ ਸਾਡੇ ਵਿੱਚ ਭਾਸ਼ਣ ਦੇਣ ਦੀ ਮੁਹਾਰਤ ਹੋਵੇ, ਪ੍ਰਵਚਨ ਸੁਣਨੇ ਪਸੰਦ ਹੋਣ, ਕੋਈ ਰਚਨਾ ਪੜ੍ਹਨੀ ਸੁਣਨੀ ਚੰਗੀ ਲੱਗਦੀ ਹੈ ਤਾਂ ਸਾਡੇ ਵਿੱਚ ਇਹ ਭਾਸ਼ਾਈ ਜਿਹੜੀ ਬੁੱਧੀ ਹੈ। ਅੱਗੇ ਹੈ ਤਾਰਕਿਕ ਗਣਿਤਕ ਬੁੱਧੀ। ਤਾਰਕਿਕ ਤੇ ਗਣਿਤਕ ਬੁੱਧੀ। ਜੇਕਰ ਸਾਡੇ ਵਿੱਚ ਇਹ ਗੁਣ ਹੋਣ ਕਿ ਅਸੀਂ ਕਲਾ ਦੇ ਖੇਤਰ ਵਿੱਚ ਵਾਦ ਵਿਵਾਦੀ ਪ੍ਰਤੀਯੋਗਤਾ ਬਣ ਸਕਦੇ ਹਾਂ ਜਾਂ ਕਿਸੇ ਨਾਲ ਸੰਬੰਧਿਤ ਕੋਈ ਪ੍ਰੋਜੈਕਟ ਲੈ ਸਕਦੇ ਹਾਂ, ਗਣਿਤਕ ਖੇਡਾਂ ਦੇ ਕੰਪਿਊਟਰ ਕਲਾ ਵਿੱਚ ਵੀ ਜਾ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਅੰਕਾਂ ਤੇ ਆਕਾਰਾਂ ਨਾਲ ਸੰਬੰਧਿਤ ਨਵੀਆਂ ਖੇਡਾਂ ਦੀ ਕਾਢ ਵੀ ਅਸੀਂ ਇਸ ਬੁੱਧੀ ਨਾਲ ਕੱਢ ਸਕਦੇ ਹਾਂ। ਅਗਲੀ ਹੈ ਸਾਡੀ ਦ੍ਰਿਸ਼ਟੀਗਤ ਸਪੇਸਗਤ ਬੁੱਧੀ। ਜਿਸ ਬੁੱਧੀ ਦਾ ਸੰਬੰਧ ਸਪੇਸ ਵਿੱਚ ਬਣੀਆਂ ਤਸਵੀਰਾਂ, ਵਸਤਾਂ, ਆਕਾਰਾਂ ਨੂੰ ਰੁਚੀ ਨਾਲ ਵੇਖਣ ਵਿੱਚ ਹੋਵੇ, ਉਸ ਬੁੱਧੀ ਨੂੰ ਅਸੀਂ ਦ੍ਰਿਸ਼ਟੀਗਤ ਸਪੇਸਗਤ ਬੁੱਧੀ ਕਹਿੰਦੇ ਹਾਂ। ਉਸ ਤੋਂ ਅੱਗੇ ਸੰਗੀਤਕ ਰੁਚੀ। ਜੇਕਰ ਸਾਡਾ ਝੁਕਾਅ ਸੰਗੀਤ ਵੱਲ ਜ਼ਿਆਦਾ ਹੋਵੇ ਤਾਂ ਸਾਡੇ ਵਿੱਚ ਸੰਗੀਤਕ ਰੁਚੀਆਂ ਦੀ ਭਰਮਾਰ ਹੁੰਦੀ ਹੈ।
ਉਦਾਹਰਨ ਵਜੋਂ ਜੇਕਰ ਕਿਸੇ ਨੂੰ ਸੰਗੀਤ ਦੀ ਧੁਨੀਆਂ ਬਹੁਤ ਪਸੰਦ ਹਨ ਜਾਂ ਸੰਗੀਤ ਰਾਹੀਂ ਆਪਣੇ ਮਨ ਨੂੰ ਰੁੱਝਿਆ ਰੱਖਦੇ ਹਨ ਤਾਂ ਉਹ ਉਹਨਾਂ ਦੇ ਵਿੱਚ ਹੁੰਦੀ ਹੈ ਸੰਗੀਤਕ ਬੁੱਧੀ। ਅੱਗੇ ਹੈ ਸਰੀਰਕਗਤ ਬੁੱਧੀ। ਸਰੀਰਕਗਤ ਬੁੱਧੀ ਇਸ ਬੁੱਧੀ ਵਿਅਕਤੀ ਦੀ ਸਰੀਰਕ ਕਾਰਜ ਕੁਸ਼ਲਤਾ ਜਾਂ ਸਰੀਰਕ ਹੁਨਰ ਕਲਾ ਨਾਲ ਸੰਬੰਧਿਤ ਹੁੰਦੀ ਹੈ। ਜਿਵੇਂ ਕਿਸੇ ਮਨੁੱਖ ਦੀ ਰੁਚੀ ਨੱਚਣ, ਖੇਡਣ ਜਾਂ ਤੈਰਨ ਨਾਲ ਜ਼ਿਆਦਾ ਸੰਬੰਧਿਤ ਹੈ ਅਤੇ ਜੇਕਰ ਇਸ ਦੌਰਾਨ ਸਾਡੇ ਹੱਥਾਂ ਪੈਰਾਂ ਦੀਆਂ ਕਿਰਿਆਵਾਂ ਜਾਂ ਅੱਖਾਂ ਨਾਲ ਵਿਸ਼ੇਸ਼ ਤਾਲਮੇਲ ਬਣਿਆ ਰਹੇ। ਜੇਕਰ ਗਰਦਨ, ਸਿਰ ਤੇ ਹੱਥਾਂ ਪੈਰਾਂ ਵਿੱਚ ਲੈਅ ਨਜ਼ਰ ਆਵੇ, ਖਾਸ ਤੌਰ 'ਤੇ ਅੱਖਾਂ ਦੇ ਵਿਚਕਾਰ, ਜਾਂ ਸਪਸ਼ਟ ਹੈ ਕਿ ਉਸ ਨੂੰ ਸਰੀਰਕਗਤ ਬੁੱਧੀ ਦੀ ਪਰਮਾਰ ਹੈ। ਅਗਲੀ ਹੈ ਸਾਡੀ ਤਾਲਮੇਲ ਬੁੱਧੀ। ਜੇਕਰ ਕਿਸੇ ਵਿਅਕਤੀ ਵਿੱਚ ਆਪਸੀ ਸੰਬੰਧਾਂ ਨੂੰ ਡੂੰਘਾਈ ਨਾਲ ਸਮਝਾਉਣ ਦੀ ਯੋਗਤਾ ਹੈ ਤਾਂ ਉਹ ਤਾਲਮੇਲ ਬੁੱਧੀ ਦੀ ਯੋਗਤਾ ਹੁੰਦੀ ਹੈ। ਜੇਕਰ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਤਾਂ ਵੇਖੋ ਕਿ ਤੁਸੀਂ ਦੂਸਰੇ ਵਿਅਕਤੀ ਨਾਲ ਤੁਸੀਂ ਕਿੰਨੇ ਕੁ ਵਧੀਆ ਸੰਬੰਧ ਬਣਾ ਸਕਦੇ ਹੋ। ਇਹ ਹੋਏਗੀ ਤੁਹਾਡੀ ਤਾਲਮੇਲ ਬੁੱਧੀ। ਸਵੈ ਮੁਖੀ ਬੁੱਧੀ। ਇਸ ਪ੍ਰਕਾਰ ਦੀ ਬੁੱਧੀ ਸਵੈ ਕੇਂਦਰਿਕ ਰੁਚੀਆਂ ਤੇ ਸਮਰਥਾਵਾਂ ਨਾਲ ਸੰਬੰਧਿਤ ਹੈ। ਜਿਵੇਂ ਜੇਕਰ ਕੋਈ ਆਪਣੇ ਮਨ ਦੇ ਭਾਵਾਂ, ਖਿਆਲਾਂ ਜਾਂ ਸੁਪਨਿਆਂ ਪ੍ਰਤੀ ਹਮੇਸ਼ਾ ਹੀ ਚਿੰਤਤ ਕਰਦਾ ਰਹੇ, ਇਸ ਬੁੱਧੀ ਵਾਲਾ ਜਿਹੜਾ ਵਿਅਕਤੀ ਹੁੰਦਾ ਹੈ ਉਹ ਹੁੰਦਾ ਸਵੈ ਮੁਖੀ ਬੁੱਧੀ। ਪ੍ਰਾਕਿਰਤਿਗਤ ਬੁੱਧੀ। ਜਿਹੜਾ ਵਿਅਕਤੀ ਕੁਦਰਤੀ ਵਰਤਾਰਿਆਂ ਵਿੱਚ ਦਿਲਚਸਪੀ ਰੱਖਦਾ ਹੈ ਤੇ ਉਸ ਪ੍ਰਤੀ ਸੂਝ ਸਮਝ ਰੱਖੇ, ਉਸ ਵਿੱਚ ਪ੍ਰਾਕਿਰਤਿਕ ਬੁੱਧੀ ਹੁੰਦੀ ਹੈ। ਉਦਾਹਰਨ ਵਜੋਂ ਜਿਵੇਂ ਜੇਕਰ ਕੁਝ ਲੋਕ ਫੁੱਲਾਂ, ਰੁੱਖਾਂ, ਜੰਗਲਾਂ, ਜੀਵ ਜੰਤੂਆਂ ਜਾਂ ਸਮੁੰਦਰੀ ਹਲਚਲ ਆਦਿ ਨਾਲ ਸੰਬੰਧਿਤ ਕੁਦਰਤੀ ਨਜ਼ਾਰਿਆਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ, ਉਹਨਾਂ ਵਿੱਚ ਪ੍ਰਾਕਿਰਤਿਗਤ ਬੁੱਧੀ ਜਿਹੜੀ ਹੁੰਦੀ ਹੈ, ਊਰਜਾ ਉਹਦੇ ਵਿੱਚ ਪੈਦਾ ਹੁੰਦੀ ਹੈ। ਧਾਰਮਿਕ ਤੇ ਨੈਤਿਕ ਮੁੱਲਾਂ ਵਾਲੀ ਬੁੱਧੀ ਯੋਗਤਾ। ਸਾਰੀਆਂ ਜਿਹੜੀਆਂ ਬੁੱਧੀਆਂ ਦੱਸੀਆਂ ਗਈਆਂ ਉਹਨਾਂ ਬੁੱਧੀ ਯੋਗਤਾ ਦੀਆਂ ਕਿਸਮਾਂ ਤੋਂ ਇਲਾਵਾ ਗਾਰਡਨ ਨੇ ਕੁਝ ਹੋਰ ਕਿਸਮਾਂ ਬਾਰੇ ਵੀ ਜ਼ਿਕਰ ਕੀਤਾ ਹੈ, ਜਿਵੇਂ ਧਾਰਮਿਕ, ਅਧਿਆਤਮਕ, ਨੈਤਿਕ ਬੁੱਧੀ ਨਾਲ ਸੰਬੰਧਿਤ ਕਿਸਮਾਂ। ਇਹਨਾਂ ਦਾ ਸੰਬੰਧ ਮਨੁੱਖ ਦੇ ਧਾਰਮਿਕ ਨੈਤਿਕ ਮੁੱਲਾਂ ਨਾਲ ਸੰਬੰਧ ਹੁੰਦਾ ਹੈ। ਅਜਿਹੀ ਯੋਗਤਾ ਮਨੁੱਖ ਨੂੰ ਚੇਤਨਾ ਦੇ ਵਿਕਾਸ ਅਤੇ ਉਹਨਾਂ ਦੇ ਸ਼ੁੱਧੀਕਰਨ ਦੇ ਕਾਰਜਾਂ ਵੱਲ ਤੋਰਦੀ ਹੈ। ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਬੁੱਧੀ ਯੋਗਤਾ। ਜੇਕਰ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਵੇ ਤਾਂ ਮਨੁੱਖ ਦੀ ਬੁੱਧੀ ਯੋਗਤਾ ਤੇ ਇਸ ਨਾਲ ਸੰਬੰਧਿਤ ਜਿੰਨੀਆਂ ਵੀ ਕਲਾਵਾਂ ਜਾਂ ਕਲਾਕਾਰੀਆਂ ਹਨ, ਉਹ ਭਗਤ ਭੀਖਾ ਜੀ ਨੇ ਇਸ ਸ਼ਲੋਕ ਵਿੱਚ ਉਜਾਗਰ ਹੁੰਦੀਆਂ ਹਨ। ਜਿਵੇਂ ਭੀਖਾ ਭੁੱਖਾ ਕੋ ਨਹੀਂ, ਸਭ ਕੀ ਗਠੜੀ ਲਾਲ, ਗਾਠ ਖੋਲ ਨਹੀਂ ਜਾਣਤੇ, ਇਤ ਬਿਧੀ ਪੈ ਕੰਗਾਲ। ਭਾਵ ਸਾਰਿਆਂ ਦੀ ਗਠੜੀ ਲਾਲ ਹੈ ਤੇ ਭੰਡਾਰੇ ਭਰੇ ਹਨ, ਪਰ ਉਹ ਆਪਣੀ ਕਲਾ ਰੂਪੀ ਗਠੜੀ ਖੋਲ੍ਹਣਾ ਨਹੀਂ ਜਾਣਦੇ ਕਿ ਉਹ ਕੰਗਾਲ ਕਿਉਂ ਹਨ। ਭਾਵ ਕਿ ਮਨੁੱਖ ਨੂੰ ਆਪਣੇ ਅੰਦਰ ਛੁਪੇ ਹੋਏ ਗੁਣਾਂ ਦਾ ਕੋਈ ਗਿਆਨ ਹੀ ਨਹੀਂ ਹੈ, ਇਸ ਲਈ ਉਹ ਨਿਮਾਣਿਆਂ ਵਾਂਗ ਰਹਿੰਦਾ ਹੈ। ਅੰਦਰੂਨੀ ਛੁਪੀ ਕਲਾ ਨੂੰ ਪਛਾਣਨ ਦੀ ਲੋੜ। ਮਨੁੱਖ ਨੂੰ ਆਪਣੇ ਵੱਲ ਝਾਤੀ ਮਾਰਨੀ ਚਾਹੀਦੀ ਹੈ ਤੇ ਮਨੁੱਖ ਨੂੰ ਕਿਸੇ ਵਰਗਾ ਬਣਨ ਦੀ ਦੌੜ ਛੱਡ ਕੇ ਆਪਣੇ ਆਪ ਨੂੰ ਜਿਹੜਾ ਪਛਾਣਨਾ ਚਾਹੀਦਾ ਹੈ। ਮਨੋਵਿਗਿਆਨਿਕਾਂ ਦੀ ਖੋਜ ਦਾ ਸਿੱਟਾ। ਸਪੀਅਰਮੈਨ ਤੇ ਗਾਰਨਰ ਇਹੋ ਜਿਹੇ ਮਨੋਵਿਗਿਆਨਿਕਾਂ ਨੇ ਖੋਜਾਂ ਦੌਰਾਨ ਇਹ ਸਿੱਟਾ ਕੱਢਿਆ ਕਿ ਹਰ ਮਨੁੱਖ ਵਿੱਚ ਬੁੱਧੀ ਅਤੇ ਜਨਮਜਾਤ ਰੁਚੀਆਂ ਵਿੱਚ ਮੁੱਢਲੀਆਂ ਵੱਖਰਤਾਵਾਂ ਤੇ ਵਿਲੱਖਣਤਾਵਾਂ ਮੌਜੂਦ ਹੁੰਦੀਆਂ ਹਨ। ਇਹਨਾਂ ਸਮਰੱਥਾਵਾਂ ਤੇ ਯੋਗਤਾਵਾਂ ਨੂੰ ਬਰਾਬਰ ਦੀ ਅਹਿਮੀਅਤ ਦੇਣੀ ਚਾਹੀਦੀ ਹੈ, ਕਿਉਂਕਿ ਕੋਈ ਵੀ ਵਿਕਾਸ ਕਿਸੇ ਦੀ ਕਲਾ ਦੁਆਰਾ ਹੀ ਸੰਭਵ ਹੈ। ਧੰਨਵਾਦ।